सत श्री अकाल जी। मैं डॉक्टर मनदीप कौर, पंजाबी विभाग, हंसराज मेला महाविद्यालय जलंधर। आधुनिक पंजाबी वार्तक ਦੇ ਵਿੱਚ शामिल निबंध मेरे दादी जी, जो कि गुरबख्श सिंह प्रीतलड़ी द्वारा लिखा गया है। BA BSc BCom ਸਮੈਸਟਰ ਤੀਜਾ ਦੇ ਸਿਲੇਬਸ ਦਾ ਹਿੱਸਾ ਹੈ। ਮੇਰੇ ਦਾਦੀ ਜੀ ਨਿਬੰਧ ਦੇ ਕਲਾ ਪੱਖ ਬਾਰੇ ਗੱਲਬਾਤ ਕਰਾਂਗੇ। ਹਰੇਕ ਸਾਹਿਤਕ ਵਿਧਾ ਦੇ ਦੋ ਮੁੱਖ ਪੱਖ ਹੁੰਦੇ ਆ, ਇੱਕ ਵਿਸ਼ਾ ਪੱਖ, ਦੂਸਰਾ ਕਲਾ ਪੱਖ। ਵਿਸ਼ਾ ਪੱਖ ਤੋਂ ਭਾਵ ਹੈ ਕਿਸੇ ਵੀ ਸਾਹਿਤਕ ਵਿਧਾ ਦੇ ਵਿੱਚ ਕਿਹੜੇ ਵਿਸ਼ੇ ਪਾਏ ਗਏ ਹਨ, ਜਾਂ ਫਿਰ ਕਿਹੜੇ ਵਿਸ਼ਿਆਂ ਨੂੰ ਛੂਹਿਆ ਗਿਆ ਹੈ, ਜਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਉਸ ਸਾਹਿਤਕ ਵਿਧਾ ਦੇ ਵਿੱਚ ਕੀ ਪਿਆ ਹੋਇਆ ਹੈ ਅਤੇ ਉਸੇ ਸਾਹਿਤਕ ਵਿਧਾ ਦੇ ਵਿੱਚ ਉਹਨਾਂ ਵਿਸ਼ਿਆਂ ਨੂੰ ਕਿਵੇਂ ਪੇਸ਼ ਕੀਤਾ ਗਿਆ ਹੈ। ਇਹ ਉਸ ਦਾ ਕਲਾ ਪੱਖ ਹੈ। ਕਿਸੇ ਵੀ ਨਿਬੰਧ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਉਦਾਹਰਨ ਵਜੋਂ ਮੇਰੇ ਦਾਦੀ ਜੀ ਨੂੰ ਜਦੋਂ ਅਸੀਂ ਪੜ੍ਹ ਰਹੇ ਹਾਂ ਅਤੇ ਉਸ ਦੇ ਵਿੱਚ ਕਿਹੜੇ ਵਿਸ਼ੇ ਨੂੰ ਛੂਹਿਆ ਗਿਆ ਹੈ, ਇਹ ਵਿਸ਼ਾ ਪੱਖ ਹੈ। ਅਤੇ ਉਸ ਵਿਸ਼ੇ ਦੀ ਪੇਸ਼ਕਾਰੀ ਕਿਹੜੇ ਢੰਗ ਤਰੀਕਿਆਂ ਦੇ ਨਾਲ ਕੀਤੀ ਗਈ ਹੈ, ਉਹ ਇਸ ਨਿਬੰਧ ਦਾ ਕਲਾ ਪੱਖ ਹੈ। ਮੇਰੇ ਦਾਦੀ ਜੀ ਨਿਬੰਧ ਦੇ ਕਲਾ ਪੱਖ ਅਧੀਨ ਅਸੀਂ ਵੇਖਾਂਗੇ ਕਿ ਇਸ ਵਿਸ਼ੇ ਨੂੰ ਲੇਖਕ ਨੇ ਨਿਭਾਇਆ ਕਿੱਦਾਂ, ਨਿਬੰਧ ਨੂੰ ਕਿਹੜੇ ਨਿਯਮ ਨੇ ਜਿਹੜੇ ਨਿਬੰਧ ਬਣਾਉਂਦੇ ਨੇ, ਲੇਖਕ ਦਾ ਲੇਖਣ ਢੰਗ ਹੈ ਕੀ। ਇਸ ਅਧੀਨ ਕੁਝ ਮੁੱਖ ਤੱਥ ਹੈ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਆ। ਕੁਛ ਇਹੋ ਜਿਹੇ ਪੁਆਇੰਟਸ, ਕੁਛ ਇਹੋ ਜਿਹੇ ਮੁੱਖ ਤੱਥ ਜਿਨ੍ਹਾਂ ਨੂੰ ਕੇਂਦਰ ਵਿੱਚ ਰੱਖ ਕੇ ਅਸੀਂ ਮੇਰੇ ਕਲਾ ਪੱਖ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਹੈ ਵਿਸ਼ਾ ਵਸਤੂ, ਉਦੇਸ਼, ਸ਼ੈਲੀ, ਭਾਸ਼ਾ, ਵਾਕ ਅਤੇ ਪੈਰੇ, ਉਪਦੇਸ਼, ਬਿੰਬ ਵਿਧਾਨ, ਅਲੰਕਾਰ, ਹਵਾਲੇ ਅਤੇ ਟੂਕਾਂ, ਚਰਿੱਤਰ ਚਿਤਰਨ। ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਪੁਆਇੰਟ ਹੈ ਵਿਸ਼ਾ ਵਸਤੂ। ਲੇਖਕ ਨੇ ਕਿਹੜੇ ਵਿਸ਼ੇ ਨੂੰ ਛੂਹਿਆ ਹੈ, ਮਤਲਬ ਲੇਖਕ ਨੇ ਇਸ ਨਿਬੰਧ ਵਿੱਚ ਆਪਣੀ 96 ਸਾਲ ਦੀ ਦਾਦੀ ਜੀ ਦੀ ਸਰੀਰਕ ਰੂਪ ਰੇਖਾ ਬਾਰੇ ਗੱਲ ਕਰਦੇ ਹੋਏ ਉਹਨਾਂ ਦੀ ਜੀਵਨ ਜਾਂਚ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ। ਉਹਨਾਂ ਅੰਦਰ ਪਏ ਹੋਏ ਧਾਰਮਿਕ ਵਿਸ਼ਵਾਸ, ਕੁਦਰਤ ਨੂੰ ਉਹ ਕਿੰਨਾ ਪ੍ਰੇਮ ਕਰਦੇ ਸੀ, ਉਸ ਪ੍ਰਕਿਰਤਿਕ ਪ੍ਰੇਮ ਨੂੰ ਬਹੁਤ ਖੂਬਸੂਰਤੀ ਨਾਲ ਉਲੀਕਿਆ ਹੈ। ਉਹਨਾਂ ਦੇ ਜੀਵਨ ਜਾਂਚ ਦਾ ਇੱਕ ਵਹਿਮ ਭਰਮ ਜਿੱਦਾਂ ਹਿੱਸਾ ਬਣਦੇ ਹਨ। ਇਨਸਾਨੀਅਤ ਜਿਹੜੀ ਸੀ, ਪਰਉਪਕਾਰ ਦੀ ਭਾਵਨਾ ਜਿਹੜੀ ਸੀ, ਉਹਨਾਂ ਦੀ ਜੀਵਨ ਜਾਂਚ ਦਾ ਅਹਿਮ ਹਿੱਸਾ ਰਹੀ। ਔਰ ਉਹਨਾਂ ਨੇ ਉਹਨਾਂ ਦੀ ਸ਼ਖਸੀਅਤ ਨੂੰ ਬਹੁਤ ਹੀ ਸਤਿਕਾਰਤ ਭਾਵਨਾ ਦੇ ਨਾਲ, ਬਹੁਤ ਹੀ ਮੌਲਿਕਤਾ, ਸਹਿਜਤਾ ਅਤੇ ਪ੍ਰੇਰਨਾ ਭਰਪੂਰ ਤਰੀਕੇ ਦੇ ਨਾਲ ਪੇਸ਼ ਕੀਤਾ ਔਰ ਇਸ ਵਿਸ਼ਾ ਵਸਤੂ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਨਿਭਾਇਆ ਵੀ ਹੈ। ਉਦੇਸ਼। ਇਸ ਨਿਬੰਧ ਦਾ ਉਦੇਸ਼ ਪਾਠਕਾਂ ਨੂੰ ਬਜ਼ੁਰਗਾਂ ਦੀ ਪੁਰਾਤਨ ਜੀਵਨ ਜਾਂਚ ਤੋਂ ਜਾਣੂ ਕਰਾਉਣਾ ਹੈ ਕਿ ਉਹਨਾਂ ਦੀ ਜੀਵਨ ਜਾਂਚ ਦੇ ਵਿੱਚ ਧਾਰਮਿਕਤਾ, ਛੋਟੇ ਵਹਿਮ ਭਰਮ, ਪ੍ਰਕਿਰਤੀ ਨਾਲ ਜੁੜਿਆ ਹੋਇਆ ਪ੍ਰੇਮ ਅਤੇ ਇਸ ਤੋਂ ਇਲਾਵਾ ਇੱਕ ਚੰਗੇ ਇਨਸਾਨ ਹੋਣ ਦੀ ਭਾਵਨਾ ਆਦਿ ਬਹੁਤ ਸਾਰੇ ਗੁਣ ਜਿਹੜੇ ਆ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਨੇ ਅਤੇ ਉਹਨਾਂ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਣ ਦੇ ਲਈ ਪ੍ਰੇਰਿਤ ਕਰਨਾ ਹੈ। ਸ਼ੈਲੀ ਦਾ ਮਤਲਬ ਹੈ ਸਟਾਈਲ, ਕਿ ਕੋਈ ਵੀ ਨਿਬੰਧਕਾਰ, ਕੋਈ ਵੀ ਸਾਹਿਤਕਾਰ ਜਦੋਂ ਕਿਸੇ ਵੀ ਸਾਹਿਤਕ ਕਿਰਤ ਦੀ ਰਚਨਾ ਕਰਦਾ ਹੈ ਤਾਂ ਉਹਦਾ ਲੇਖਣ ਢੰਗ ਕੀ ਹੈ, ਉਹਦੀ ਸ਼ੈਲੀ ਕੀ ਹੈ, ਉਹਦਾ ਸਟਾਈਲ ਕੀ ਹੈ। ਨਿਬੰਧ ਵਿੱਚ ਵਰਣਨੀ ਸ਼ੈਲੀ ਵੇਖਣ ਨੂੰ ਮਿਲਦੀ ਹੈ। ਉਹ ਘਟਨਾਵਾਂ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਵਰਣਨ ਕਰਦਾ ਹੋਇਆ, ਮੌਲਿਕਤਾ ਦੇ ਨਾਲ, ਸਹਿਜਤਾ ਦੇ ਨਾਲ ਵਰਣਨ ਕਰਦਾ ਹੋਇਆ ਅੱਗੇ ਵੱਧਦਾ ਹੈ ਅਤੇ ਇੱਕ ਨਾਟਕੀਅਤਾ ਵੀ ਇਸ ਨਿਬੰਧ ਵਿੱਚ ਵੇਖਣ ਨੂੰ ਮਿਲਦੀ ਹੈ ਸਾਨੂੰ। ਇਸ ਤੋਂ ਇਲਾਵਾ ਨਿਬੰਧ ਦੀ ਸ਼ੈਲੀ ਕਾਵਮਈ, ਜਜ਼ਬਾਤੀ ਢੰਗ ਦੀ, ਅਲੰਕਾਰਕ ਅਤੇ ਬੜੀ ਹੀ ਮਿਠਾਸ ਭਰੀ ਹੈ। ਭਾਸ਼ਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਸ਼ਬਦਾਂ ਦਾ ਜਾਦੂਗਰ ਹੈ ਅਤੇ ਉਸ ਦੀ ਸ਼ਬਦ ਚੋਣ ਵੀ ਬਹੁਤ ਢੁਕਵੀਂ ਹੈ। ਸੋ ਮੇਰੇ ਦਾਦੀ ਜੀ ਨਿਬੰਧ ਦੇ ਵਿੱਚ ਵੀ ਜਿਹੜੇ ਸ਼ਬਦ ਉਹਨਾਂ ਨੇ ਵਰਤੇ ਹਨ ਬਹੁਤ ਹੀ ਢੁਕਵੇਂ ਆ, ਵਾਕ ਬਹੁਤ ਹੀ ਦਿਲਚਸਪ ਨੇ। ਨਿਬੰਧ ਦੀ ਭਾਸ਼ਾ ਦੀ ਗੱਲ ਕੀਤੀ ਜਾਏ ਤਾਂ ਇਹ ਕੇਂਦਰੀ ਪੰਜਾਬੀ ਆ। ਮੁਹਾਵਰੇਦਾਰ ਭਾਸ਼ਾ
ਨਿਬੰਧ ਦੀ ਸ਼ਬਦਾਵਲੀ ਨੂੰ ਹੋਰ ਵੀ ਅਮੀਰ ਬਣਾਉਂਦੀ ਹੈ। ਲੋਕ ਬੋਲੀ ਦੇ ਵਿੱਚ ਕੇਂਦਰੀ ਪੰਜਾਬੀ ਦੇ ਵਿੱਚ ਇਸ ਨਿਬੰਧ ਨੂੰ ਲਿਖਿਆ ਗਿਆ ਹੈ। ਮੇਰੇ ਦਾਦੀ ਜੀ ਨਿਬੰਧ ਦੇ ਵਿੱਚ ਬਹੁਤ ਸਾਰੀਆਂ ਅਲੱਗ-ਅਲੱਗ ਭਾਸ਼ਾਵਾਂ, ਵਿਭਿੰਨ ਭਾਸ਼ਾਵਾਂ ਦੇ ਸ਼ਬਦ ਵੇਖਣ ਨੂੰ ਮਿਲਦੇ ਆ। ਉਹਨਾਂ ਦੀਆਂ ਉਦਾਹਰਨਾਂ ਇਸ ਪ੍ਰਕਾਰ ਹਨ। ਜੇ ਅਸੀਂ ਉਰਦੂ ਫਾਰਸੀ ਦੇ ਸ਼ਬਦਾਂ ਦੀ ਗੱਲ ਕੀਤੀ ਜਾਏ, ਸੰਗਮਰਮਰ, ਮਹਿਮਾਨ, ਮਿਹਰਬਾਨੀ, ਸ਼ੋਹਰਤ, ਇਹ ਉਰਦੂ ਫਾਰਸੀ ਦੇ ਸ਼ਬਦ ਨੇ ਜਿਹੜੇ ਸਾਨੂੰ ਮੇਰੇ ਦਾਦੀ ਜੀ ਨਿਬੰਧ ਵਿੱਚ ਵੇਖਣ ਨੂੰ ਮਿਲਦੇ ਹਨ। ਪੰਜਾਬੀ ਦੇ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਉਰਦੂ ਫਾਰਸੀ ਦੇ ਸ਼ਬਦ ਸਾਨੂੰ ਵੇਖਣ ਨੂੰ ਮਿਲਦੇ ਆ ਔਰ ਇਹ ਸਾਡੀ ਭਾਸ਼ਾ ਦੀ ਅਮੀਰੀ ਨੂੰ ਵੀ ਦਰਸਾਉਂਦੇ ਆ। ਹਿੰਦੀ ਸੰਸਕ੍ਰਿਤ ਦੇ ਸ਼ਬਦ ਇਸੇ ਪ੍ਰਕਾਰ ਦੇਖਣ ਨੂੰ ਮਿਲਦੇ ਆ, ਜਿਵੇਂ ਸ਼ਗਨ, ਪ੍ਰਾਰਥਨਾ, ਜੋਤ, ਆਤਮਾ। ਅੰਗਰੇਜ਼ੀ ਦੇ ਸ਼ਬਦ ਜਿਵੇਂ ਮਨੀ ਆਰਡਰ। ਇਸ ਪ੍ਰਕਾਰ ਬਹੁਤ ਸਾਰੇ ਵਿਭਿੰਨ ਭਾਸ਼ਾਵਾਂ ਦੇ ਮਿਸ਼ਰਤ ਸ਼ਬਦ ਇਸ ਨਿਬੰਧ ਦੀ ਭਾਸ਼ਾ ਨੂੰ ਹੋਰ ਵੀ ਸੁਆਦਲੀ ਅਤੇ ਰਸੀਲੀ ਬਣਾਉਂਦੇ ਹਨ। ਵਾਕ ਅਤੇ ਪੈਰੇ। ਨਿਬੰਧ ਦੀ ਵਾਕ ਰਚਨਾ ਬਹੁਤ ਹੀ ਸਰਲ ਅਤੇ ਸਪਸ਼ਟ ਹੈ। ਅੰਗਰੇਜ਼ੀ ਵਾਕ ਰਚਨਾ ਦਾ ਪ੍ਰਭਾਵ ਇਹਨਾਂ ਉੱਪਰ ਵੇਖਿਆ ਜਾ ਸਕਦਾ ਹੈ। ਹਰ ਵਾਕ ਦਿਲਚਸਪ ਆ, ਉਤਸੁਕਤਾ ਭਰਪੂਰ ਆ ਔਰ ਹਰ ਪੈਰਾ ਇੱਕ ਨਵੇਂ ਵਿਚਾਰ ਨਾਲ ਸ਼ੁਰੂ ਹੁੰਦਾ। ਵਿਚਾਰਾਂ ਦੀ ਲੜੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬਣੀ ਰਹਿੰਦੀ ਹੈ। ਬਿੰਬ ਵਿਧਾਨ। ਬਿੰਬ ਸ਼ਬਦਾਂ ਦੇ ਰਾਹੀਂ, ਅਰਥਾਂ ਦੇ ਰਾਹੀਂ ਇੱਕ ਉਹ ਤਸਵੀਰ ਹੈ ਜੋ ਜਦੋਂ ਅਸੀਂ ਕਿਸੇ ਸਾਹਿਤਕ ਕਿਰਤ ਨੂੰ ਪੜ੍ਹਦੇ ਹਾਂ ਤਾਂ ਸਾਡੇ ਮਨ ਦੇ ਵਿੱਚ, ਸਾਡੇ ਦਿਮਾਗ ਦੇ ਵਿੱਚ ਇੱਕ ਤਸਵੀਰ ਬਣ ਜਾਂਦੀ। ਔਰ ਇਹ ਜਿਹੜੀ ਤਸਵੀਰ ਹੈ ਇਹ ਸਾਹਿਤ ਦੇ ਵਿੱਚ ਇੱਕ ਬੜਾ ਹੀ ਇਹਨੂੰ ਉਸਾਰੂ ਤੱਤ ਮੰਨਿਆ ਗਿਆ ਹੈ। ਮੋਟੇ ਤੌਰ 'ਤੇ ਬਿੰਬ ਕੀ ਆ, ਸ਼ਬਦ ਚਿੱਤਰ ਨੇ ਜਿਨ੍ਹਾਂ ਦੇ ਰਾਹੀਂ ਸਾਹਿਤਕਾਰ ਪਾਠਕਾਂ ਦੇ ਦਿਮਾਗ ਦੇ ਵਿੱਚ ਇੱਕ ਤਸਵੀਰ ਬਣਾਉਂਦਾ ਜਿਹੜੀ ਉਹਨੇ ਆਪਣੇ ਦਿਮਾਗ ਵਿੱਚ ਆਲਰੇਡੀ ਪਹਿਲਾਂ ਬਣਾਈ ਹੁੰਦੀ ਹੈ। ਇਸ ਨਿਬੰਧ ਵਿੱਚ ਸਾਨੂੰ ਦ੍ਰਿਸ਼ ਬਿੰਬ ਮਿਲਦੇ ਆ। ਬਹੁਤ ਸਾਰੇ ਦ੍ਰਿਸ਼ ਜਿਹੜੇ ਆ ਉਹ ਸਾਡੇ ਜ਼ਿਹਨ ਦੇ ਵਿੱਚ ਪੈ ਜਾਂਦੇ ਆ ਜਦੋਂ ਅਸੀਂ ਸ਼ਬਦਾਂ ਦੇ ਰਾਹੀਂ ਇਹਨਾਂ ਨੂੰ, ਇਸ ਨਿਬੰਧ ਨੂੰ ਪੜ੍ਹਦੇ ਹਾਂ। ਜਿਵੇਂ ਨਵਾਂ ਚੰਨ ਇੰਨਾ ਪਿਆਰਾ ਹੈ, ਕਦੋਂ ਚੰਨ ਚੜ੍ਹਦਾ ਹੈ, ਇਹ ਧੁਰ ਕੋਠੇ 'ਤੇ ਚੜ੍ਹ ਜਾਂਦੇ ਹਨ। ਮਤਲਬ ਉਹਨਾਂ ਨੂੰ ਇਸ ਚੰਨ ਦੇ ਰਾਹੀਂ ਇੱਕ ਵੱਖਰਾ ਪ੍ਰਕਿਰਤਿਕ ਨਜ਼ਾਰਾ, ਇੱਕ ਵੱਖਰਾ ਲਗਾਵ ਚੰਨ ਦੇ ਨਾਲ, ਮਤਲਬ ਜਦੋਂ ਵੀ ਉਹ ਚੰਨ ਨੂੰ ਦੇਖਦੇ ਆ, ਜਦੋਂ ਵੀ ਚੰਨ ਚੜ੍ਹਦਾ ਹੈ, ਇਹ ਛੇਤੀ ਛੇਤੀ ਦਾਦੀ ਜੀ ਜਿਹੜੇ ਆ ਉਹ ਚੰਦ ਨੂੰ ਵੇਖਣ ਛੱਤ 'ਤੇ ਚਲੇ ਜਾਂਦੇ ਆ ਔਰ ਉਹ ਇੱਕ ਦ੍ਰਿਸ਼ ਜਿਹੜਾ ਹੈ ਉਹ ਸਾਡੇ ਦਿਮਾਗ ਦੇ ਵਿੱਚ ਬਣ ਜਾਂਦਾ ਜਦੋਂ ਅਸੀਂ ਇਸ ਨਿਬੰਧ ਨੂੰ ਪੜ੍ਹਦੇ ਹਾਂ। ਨਾਟ ਬਿੰਬ ਕਹਿੰਦਾ ਅਸੀਂ ਉਹਨਾਂ ਦੇ ਪਿੱਛੇ ਖੜੋ ਜਾਂਦੇ ਹਾਂ, ਅਸੀਂ ਉਹਨਾਂ ਦੀਆਂ ਬਾਹਾਂ ਫੜ ਕੇ ਸੇਧਾਂ ਬੰਨ੍ਹਦੇ ਹਾਂ, ਅਸੀਂ ਸਾਰੇ ਬੋਲ ਪੈਂਦੇ ਹਾਂ। ਇੱਕ ਨਾਟਕੀਅਤਾ ਜਿਹੀ, ਇੱਕ ਨਾਟਕੀ ਚਿੱਤਰ ਜਿਹੜੇ ਆ ਉਹ ਸਾਡੇ ਜਦੋਂ ਦਿਮਾਗ ਵਿੱਚ ਬਣਦੇ ਆ ਉਸ ਨੂੰ ਨਾਟ ਬਿੰਬ ਕਿਹਾ ਜਾਂਦਾ ਹੈ। ਅਲੰਕਾਰ ਸਾਹਿਤ ਦੇ ਵਿੱਚ ਅਜਿਹਾ ਗਹਿਣਾ ਨੇ ਜਿਹੜੇ ਕਿ ਸਾਹਿਤਕ ਕਿਰਤ ਨੂੰ ਸਜਾਉਣ ਦਾ ਕੰਮ ਕਰਦੇ ਆ। ਅਤੇ ਅਲੰਕਾਰ 3 ਤਰ੍ਹਾਂ ਦੇ ਹੁੰਦੇ ਆ: ਸ਼ਬਦ ਅਲੰਕਾਰ, ਅਰਥ ਅਲੰਕਾਰ, ਸ਼ਬਦਾਰਥ ਅਲੰਕਾਰ। ਸ਼ਬਦ ਅਲੰਕਾਰ ਉਹ ਨੇ ਜਿਹੜੇ ਸ਼ਬਦਾਂ ਦੇ ਰਾਹੀਂ ਚਮਤਕਾਰ ਪੈਦਾ ਕਰਦੇ ਆ। ਅਰਥ ਅਲੰਕਾਰ ਉਹ ਨੇ ਜਿਹੜੇ ਅਰਥਾਂ ਦੇ ਰਾਹੀਂ ਚਮਤਕਾਰ ਪੈਦਾ ਕਰਦੇ ਆ। ਸ਼ਬਦਾਰਥ ਅਲੰਕਾਰ ਉਹ ਨੇ ਜਿਹੜੇ ਸ਼ਬਦਾਂ ਅਤੇ ਅਰਥਾਂ ਦੋਵਾਂ ਦੇ ਰਾਹੀਂ ਇੱਕ ਵੱਖਰਾ ਜਿਹੜਾ ਹੈਗਾ ਚਮਤਕਾਰ ਪੈਦਾ ਕਰਦੇ ਆ ਜਾਂ ਫਿਰ ਇੱਕ ਵੱਖਰੇ ਜਿਹੜੇ ਭਾਵ ਆ ਉਹ ਪ੍ਰਗਟ ਕਰਦੇ ਆ। ਨਿਬੰਧਕਾਰ ਨੇ ਇਸ ਰਚਨਾ ਦੇ ਵਿੱਚ ਵੀ ਬਹੁਤ ਸਾਰੇ ਅਲੰਕਾਰਾਂ ਨੂੰ ਅਪਣਾਇਆ। ਜਿਵੇਂ ਅਨੁਪ੍ਰਾਸ ਅਲੰਕਾਰ ਦੀ ਗੱਲ ਕੀਤੀ ਜਾਏ ਤਾਂ ਇਹ ਸ਼ਬਦਾਂ ਦਾ ਉਹ ਅਲੰਕਾਰ ਹੈਗਾ ਜਿਹੜਾ ਇੱਕੋ ਜਿਹੇ ਸ਼ਬਦਾਂ ਨੂੰ ਜੋੜ ਕੇ ਬਣਾਇਆ ਜਾਂਦਾ। ਜਿਵੇਂ ਪਿਆਰੇ ਪੈਰਾਂ, ਔਹ ਬਹੁਤ ਬੁੱਢੇ, ਨਿੱਕੀ ਨਦੀ, ਮਿੱਠੇ ਮਿੱਠੇ, ਜਿਹੜੇ ਇੱਕੋ ਜਿਹੇ ਸ਼ਬਦਾਂ ਦੇ ਰਾਹੀਂ ਪੈਦਾ ਹੁੰਦਾ, ਇਹ ਇੱਕ ਸ਼ਬਦ ਅਲੰਕਾਰ ਹੈਗਾ। ਇਸੇ ਤਰ੍ਹਾਂ ਉਪਮਾ ਅਲੰਕਾਰ ਉਹ ਹੈ ਜਿਹੜਾ ਕਿਸੇ ਚੀਜ਼ ਦੀ ਤੁਲਨਾ ਕਿਸੇ ਦੂਜੀ ਚੀਜ਼ ਦੇ ਨਾਲ ਕਰਦਾ। ਜਿਵੇਂ ਇਹ ਕੋਮਲ ਹਨ ਨਿੱਕੀ ਨਦੀ ਵਾਂਗ, ਮਤਲਬ ਤੁਲਨਾ ਕਰ ਰਿਹਾ ਵੀ ਇਸ ਚੀਜ਼ ਵਾਂਗ ਇਹ ਕੋਮਲ ਹੈ। ਅਤੇ ਰੂਪਕ ਅਲੰਕਾਰ ਉਹ ਹੁੰਦਾ ਜਿਹੜਾ ਕਿਸੇ ਚੀਜ਼ ਨੂੰ ਰੂਪ ਹੀ ਦੇ ਦਿੰਦਾ। ਉਦਾਹਰਨ ਵਜੋਂ ਚੱਲ ਮੇਰੀਏ ਧੀਏ ਚੰਨ ਮੁਖੜਾ ਵੇਖ ਕੇ ਆ। ਸੋ ਇਸ ਪ੍ਰਕਾਰ ਇਸ ਤੋਂ ਇਲਾਵਾ ਦ੍ਰਿਸ਼ਟਾਂਤ ਅਲੰਕਾਰ ਜਿਹੜਾ ਉਹ ਵੀ ਨਿਬੰਧ ਦੇ ਵਿੱਚ ਵੇਖਣ ਨੂੰ ਮਿਲਦੇ ਹਨ। ਚਰਿੱਤਰ ਚਿੱਤਰਨ ਨਿਬੰਧ ਦੇ ਵਿੱਚ
ਪਾਤਰਾਂ ਦੀ ਵਾਰਤਾਲਾਪ ਦੇ ਜ਼ਰੀਏ ਦਾਦੀ ਜੀ ਦਾ ਇੱਕ ਬਹੁਤ ਹੀ ਖੂਬਸੂਰਤ ਚਿੱਤਰ ਜਿਹੜਾ ਉਹ ਪੇਸ਼ ਕੀਤਾ ਗਿਆ ਹੈ। ਉਹਨਾਂ ਦੇ ਚਰਿੱਤਰ ਚਿਤਰਨ ਬਾਰੇ, ਉਹਨਾਂ ਦੇ ਸੁਭਾਅ ਬਾਰੇ, ਉਹਨਾਂ ਦੀ ਸਰੀਰਕ ਬਣਤਰ ਬਾਰੇ, ਉਹਨਾਂ ਦੀ ਜੀਵਨ ਜਾਂਚ ਬਾਰੇ ਖੂਬਸੂਰਤ ਵਾਰਤਾਲਾਪ ਦੇ ਜ਼ਰੀਏ ਉਹਨਾਂ ਦੇ ਚਰਿੱਤਰ ਚਿਤਰਨ ਦੀ ਪੇਸ਼ਕਾਰੀ ਵਧੀਆ ਢੰਗ ਨਾਲ ਕੀਤੀ ਗਈ ਹੈ। ਸੁਭਾਸ਼ਣ ਨਿਬੰਧ ਦੀ ਸ਼ਬਦਾਵਲੀ, ਵਰਣਨ, ਸ਼ਖਸੀਅਤ ਬਾਰੇ ਵਿਚਾਰ ਚਰਚਾ, ਸ਼ਰਧਾ, ਸਤਿਕਾਰ, ਇਹ ਸਾਰਾ ਕੁਛ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇੱਕ ਸਾਨੂੰ ਸੁਭਾਸ਼ਣ ਦੀ ਤਰ੍ਹਾਂ ਪ੍ਰਤੀਤ ਹੁੰਦਾ। ਜਿਵੇਂ ਲੇਖਕ ਜਿਹੜਾ ਆ ਉਹ ਕਿਤੇ ਨਾ ਕਿਤੇ ਜਜ਼ਬਾਤੀ ਹੋ ਕੇ ਸ਼ਰਧਾ ਭਾਵਨਾ ਦੇ ਤਹਿਤ, ਸਤਿਕਾਰ ਦੇ ਤਹਿਤ ਦਾਦੀ ਜੀ ਦੇ ਸੁਭਾਅ ਦਾ ਵਰਣਨ ਕਰਦਾ, ਉਹਨਾਂ ਦੀ ਜ਼ਿੰਦਗੀ ਦਾ ਵਰਣਨ ਕਰਦਾ। ਅੰਤ ਵਿੱਚ ਇਹੋ ਕਿਹਾ ਜਾ ਸਕਦਾ ਕਿ ਨਿਰਸੰਦੇਹ ਰਚਨਾ ਨਿਬੰਧ ਕਲਾ ਦੇ ਪੱਖੋਂ ਬਹੁਤ ਹੀ ਸੁਚੱਜੀ ਸਾਹਿਤਕ ਕਿਰਤ ਹੈ ਅਤੇ ਕਲਾ ਪੱਖੋਂ ਜੇ ਵਿਚਾਰਿਆ ਜਾਏ ਤਾਂ ਜੋ ਨਿਬੰਧ ਦੇ ਨਿਯਮ ਹਨ ਜਾਂ ਜੋ ਚੀਜ਼ਾਂ ਨਿਬੰਧ ਨੂੰ ਚੰਗਾ ਨਿਬੰਧ ਬਣਾਉਂਦੀਆਂ ਹਨ, ਉਹ ਸਾਰੇ ਤੱਥ ਮੇਰੇ ਦਾਦੀ ਜੀ ਨਿਬੰਧ ਦੇ ਵਿੱਚ ਵੇਖੇ ਜਾ ਸਕਦੇ ਹਨ। ਆਸ ਕਰਦੀ ਹਾਂ ਕਿ ਇਹ ਲੈਕਚਰ ਤੁਹਾਡੇ ਲਈ ਜਾਣਕਾਰੀ ਭਰਪੂਰ ਹੋਵੇਗਾ। ਧੰਨਵਾਦ।